Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਡੀ ਸਭਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕੋਈ ਨਾ ਕੋਈ ਖੁਸ਼ੀ ਦਾ ਪਲ ਜ਼ਰੂਰ ਆਉਂਦਾ ਹੈ। ਆਮ ਤੌਰ 'ਤੇ ਇੱਕ ਦਿਨ ਦੇ ਵਿੱਚ ਵੀ ਕਈ ਵਾਰ ਖੁਸ਼ੀ ਦੇ ਕੁਝ ਪਲ ਸਾਡੇ ਜੀਵਨ ਦੇ ਵਿੱਚ ਆ ਸਕਦੇ ਨੇ। ਅਤੇ ਇੱਥੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਇਹ ਖੁਸ਼ੀ ਦੇ ਪਲ ਹੀ ਕਿਉਂ ਹੁੰਦੇ ਨੇ? ਇਹ ਖੁਸ਼ੀ ਦਾ ਦਿਨ ਕਿਉਂ ਨਹੀਂ ਹੁੰਦਾ? ਹਫ਼ਤੇ ਕਿਉਂ ਨਹੀਂ ਹੁੰਦੇ? ਮਹੀਨੇ ਕਿਉਂ ਨਹੀਂ ਹੁੰਦੇ? ਇਹ ਖੁਸ਼ੀ ਸਥਾਈ ਕਿਉਂ ਨਹੀਂ ਰਹਿੰਦੀ? ਖੁਸ਼ੀ ਨਾਲ ਸੰਬੰਧਿਤ ਇਹਨਾਂ ਸਾਰੇ ਸਵਾਲਾਂ ਦੇ ਬਾਰੇ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 513ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀਂ ਅਸੀਂ ਗੱਲ ਕਰਾਂਗੇ, ਕਿਉਂਕਿ ਅੱਜ ਦੇ ਅੰਗ ਦੀ ਇਸ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਉਸ ਸਥਿਰ ਖੁਸ਼ੀ ਦੀ ਗੱਲ ਕਰਦੇ ਹਨ, ਸਥਿਰ ਆਨੰਦ ਦੀ ਗੱਲ ਕਰਦੇ ਹਨ, ਜੋ ਸਾਡੇ ਜੀਵਨਾਂ ਦੇ ਵਿੱਚੋਂ ਅਕਸਰ ਹੀ ਲੁਪਤ ਰਹਿੰਦਾ ਹੈ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾਇਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਸ਼ੁਰੂਆਤ ਕਰੀਏ। ਪੌੜੀ। ਭਗਤ ਸੱਚਾ ਦਰ ਸੋਹਦੇ, ਸੱਚਾ ਸ਼ਬਦ ਰਹਾਏ। ਹਰ ਕੀ ਪ੍ਰੀਤ ਤਿਨ ਉਪਜੀ, ਹਰ ਪ੍ਰੇਮ ਕਸਾਏ। ਭਗਤ ਜਾਣੀ ਕਿ ਬੰਦਗੀ ਕਰਨ ਵਾਲੇ ਲੋਕ, ਸ਼ਰਧਾਲੂ। ਭਗਤ ਸੱਚਾ ਦਰ ਸੋਹੰਦੇ, ਗੁਰੂ ਸਾਹਿਬ ਕਹਿੰਦੇ ਕਿ ਬੰਦਗੀ ਕਰਨ ਵਾਲੇ ਜੋ ਹਨ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸ਼ੋਭਦੇ ਹਨ। ਸੱਚਾ ਸ਼ਬਦ ਰਹਾਏ, ਪ੍ਰਭੂ ਦੀ ਹਜ਼ੂਰੀ ਵਿੱਚ ਉਹ ਸੱਚੇ ਸ਼ਬਦ ਦੇ ਰਾਹੀਂ ਟਿਕੇ ਰਹਿੰਦੇ ਹਨ। ਉਹਨਾਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਉਹ ਪ੍ਰਭੂ ਦੇ ਪਿਆਰ ਦੇ ਖਿੱਚੇ ਹੋਏ ਹੁੰਦੇ ਹਨ। ਹਰ ਕੀ ਪ੍ਰੀਤ ਤਿਨ ਉਪਜੀ, ਹਰ ਪ੍ਰੇਮ ਕਸਾਈ। ਹਰ ਰੰਗ ਰਹੈ ਸਦਾ ਰੰਗ ਰਾਤੇ, ਰਸਨਾ ਹਰ ਰਸ ਪਿਆਏ। ਸਫਲ ਜਨਮ ਜਿਨੀ ਗੁਰਮੁਖ ਜਾਤਾ, ਹਰ ਜਿਉ ਹਿਰਦੈ ਵਸਾਏ। ਉਹ ਸਦਾ ਪ੍ਰਭੂ ਦੇ ਪਿਆਰ ਵਿੱਚ ਰਹਿੰਦੇ ਹਨ। ਹਰ ਰੰਗ ਰਹੈ, ਪ੍ਰਭੂ ਦੇ ਰੰਗ ਵਿੱਚ ਸਦਾ ਹੀ ਰਤੇ ਰਹਿੰਦੇ ਹਨ ਅਤੇ ਜੀਵ ਨਾਲ ਪ੍ਰਭੂ ਦਾ ਨਾਮ ਰਸ ਪੀਂਦੇ ਹਨ। ਯਾਦ ਰਹੇ ਕਿ ਇੱਥੇ ਭਗਤਾਂ ਦੀ ਗੱਲ ਹੋ ਰਹੀ ਹੈ, ਪਰਮਾਤਮਾ ਦੇ ਸ਼ਰਧਾਲੂਆਂ ਦੀ ਗੱਲ ਹੋ ਰਹੀ ਹੈ। ਗੁਰੂ ਸਾਹਿਬ ਸਾਨੂੰ ਦੱਸਦੇ ਪਏ ਨੇ ਕਿ ਜੋ ਭਗਤ ਹਨ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ, ਕਿ ਉਹ ਸਦਾ ਪ੍ਰਭੂ ਦੇ ਪਿਆਰ 'ਚ ਰਹਿੰਦੇ ਨੇ, ਪ੍ਰਭੂ ਦੇ ਰੰਗ 'ਚ ਰੰਗੇ ਰਹਿੰਦੇ ਨੇ, ਜੀਵ ਨਾਲ ਪ੍ਰਭੂ ਦਾ ਨਾਮ ਰਸ ਪੀਂਦੇ ਹਨ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਰੱਬ ਨੂੰ ਪਛਾਣਿਆ ਹੈ ਅਤੇ ਆਪਣੇ ਹਿਰਦੇ ਵਿੱਚ ਵਸਾਇਆ ਹੈ, ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਜੰਮਣਾ ਮੁਬਾਰਕ ਹੈ। ਬਾਜ ਗੁਰੂ ਫਿਰੈ ਬਿਲ ਲਾਂਦੀ, ਦੂਜੈ ਪਾਏ ਖੁਆਏ। ਅਤੇ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਗੁਰੂ ਤੋਂ ਬਿਨਾਂ ਸ੍ਰਿਸ਼ਟੀ ਹੋਰ ਪਿਆਰ ਵਿੱਚ ਖੁੰਝੀ ਹੋਈ ਵਿਲਕਦੀ ਫਿਰਦੀ ਹੈ। ਸ਼ਲੋਕ ਮਹਿਲਾ ਤੀਜਾ। ਕਲ ਯੁਗ ਮਹਿ ਨਾਮ ਨਿਧਾਨ, ਭਗਤੀ ਖਟਿਆ ਹਰ ਉੱਤਮ ਪਦ ਪਾਇਆ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨ ਦਿਨ ਨਾਮ ਧਿਆਇਆ। ਕਲ ਯੁਗ ਮਹਿ ਨਾਮ ਨਿਧਾਨ। ਇਸ ਝੰਬੇਲਿਆਂ ਭਰੇ, ਕਲੇਸ਼ ਭਰੇ ਕਲਯੁਗ ਦੇ ਵਿੱਚ ਵਿਚਰਦੇ ਹੋਏ ਜਗਤ ਦੇ ਵਿੱਚ ਕਲਯੁਗ ਮਹਿ ਨਾਮ ਨਿਧਾਨ, ਪਰਮਾਤਮਾ ਦਾ ਨਾਮ ਹੀ ਖਜ਼ਾਨਾ ਹੈ। ਭਗਤੀ ਖਟਿਆ, ਇਹ ਨਾਮ ਖਜ਼ਾਨਾ ਭਗਤੀ ਦੇ ਬਲ 'ਤੇ ਖਟਿਆ ਜਾਂਦਾ ਹੈ। ਭਾਵ ਕਿ ਜਿਸ ਨੇ ਬੰਦਗੀ ਕਰਕੇ ਇਹ ਖਜ਼ਾਨਾ ਖੱਟ ਲਿਆ, ਹਰ ਉੱਤਮ ਪਦ ਪਾਇਆ, ਉਹਨੇ ਪ੍ਰਭੂ ਦੇ ਮੇਲ ਰੂਪ ਉੱਚਾ ਦਰਜਾ ਪਾ ਲਿਆ ਹੈ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ। ਗੁਰੂ ਦੇ ਹੁਕਮ ਵਿੱਚ ਤੁਰ ਕੇ ਉਸਨੇ ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਵਸਾਇਆ ਅਤੇ ਹਰ ਵੇਲੇ ਇਹ ਨਾਮ ਸਿਮਰਿਆ, ਅਨ ਦਿਨ ਨਾਮ ਧਿਆਇਆ। ਵਿੱਚੇ ਗ੍ਰਹਿ ਗੁਰ ਬਚਨ ਉਦਾਸੀ, ਹਉਮੈ ਮੋਹ ਜਲਾਇਆ। ਆਪ ਤਰਿਆ ਕੁਲ ਜਗਤ ਤਰਾਇਆ, ਤਨ ਜਣੇ ਦੀ ਮਾਇਆ।
ਵਿੱਚੇ ਗ੍ਰਹਿ ਜਾਣੀ ਕਿ ਗ੍ਰਹਿਸਥ ਦੇ ਵਿੱਚ ਹੀ ਗੁਰ ਬਚਨ ਉਦਾਸੀ। ਸਤਿਗੁਰੂ ਦੇ ਬਚਨ ਕਰਕੇ, ਸਤਿਗੁਰੂ ਦੇ ਬਚਨ 'ਤੇ ਤੁਰ ਕੇ ਪਰਮਾਤਮਾ ਦੇ ਜੋ ਭਗਤ ਹਨ ਉਹ ਗ੍ਰਹਿਸਥ ਵਿੱਚ ਹੀ ਉਦਾਸੀ ਹਨ, ਕਿਉਂਕਿ ਹਉਮੈ ਮੋਹ ਜਲਾਇਆ। ਉਹਨਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਅਤੇ ਮੋਹ ਨੂੰ ਸਾੜ ਦਿੱਤਾ ਹੁੰਦਾ ਹੈ। ਅਜਿਹਾ ਜੋ ਭਗਤ ਹੈ ਉਹ ਆਪ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ, ਸਾਰੇ ਜਗਤ ਨੂੰ ਵੀ ਪਾਰ ਲੰਘਾਉਂਦਾ ਹੈ। ਧੰਨ ਹੈ ਉਸ ਦੇ ਜੰਮਣ ਵਾਲੀ ਮਾਂ। ਐਸਾ ਸਤਿਗੁਰ ਸੋਈ ਪਾਏ, ਜਿਸ ਧੁਰ ਮਸਤਕ ਹਰ ਲਿਖ ਪਾਇਆ। ਜਨ ਨਾਨਕ ਬਲਿਹਾਰੀ ਗੁਰ ਆਪਣੇ, ਵਿਟੋ ਜਿਨ ਭਰਮ ਭੁਲਾ ਮਾਰਗ ਪਾਇਆ। ਇਹੋ ਜਿਹਾ ਗੁਰੂ ਜਿਸ ਨੂੰ ਮਿਲ ਕੇ ਕਿ ਮਨੁੱਖ ਆਪ ਵੀ ਤਰ ਜਾਵੇ ਅਤੇ ਜਗਤ ਨੂੰ ਵੀ ਤਾਰ ਦੇਵੇ। ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਗੁਰੂ ਉਸ ਬੰਦੇ ਨੂੰ ਮਿਲਦਾ ਹੈ। ਐਸਾ ਸਤਿਗੁਰ ਸੋਈ ਪਾਏ, ਜਿਸ ਧੁਰ ਮਸਤਕ ਹਰ ਲਿਖ ਪਾਇਆ। ਉਸੇ ਬੰਦੇ ਨੂੰ ਹੀ ਅਜਿਹਾ ਗੁਰੂ ਮਿਲਦਾ ਹੈ ਜਿਸ ਦੇ ਮੱਥੇ 'ਤੇ ਧੁਰੋਂ ਕਰਤਾਰ ਨੇ ਬੰਦਗੀ ਕਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ। ਅਤੇ ਅਸੀਂ ਸਾਰੇ ਹੀ ਭਾਗਾਂ ਵਾਲੇ ਹਾਂ ਕਿ ਐਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਉਸ ਪਰਮਾਤਮਾ ਨੇ ਸਾਨੂੰ ਬਖਸ਼ਿਆ। ਸਾਡੇ ਮੱਥਿਆਂ ਦੇ ਉੱਪਰ ਵੀ ਉਹ ਲੇਖ ਲਿਖਿਆ ਕਿ ਅਸੀਂ ਇਸ ਗੁਰੂ ਦੇ ਲੜ ਵੀ ਲੱਗ ਸਕੀਏ। ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਪਏ ਹਾਂ, ਸਮਝਦੇ ਪਏ ਹਾਂ, ਸੁਣਦੇ ਪਏ ਹਾਂ, ਸਾਰੇ ਹੀ ਭਾਗਾਂ ਵਾਲੇ ਹਾਂ ਕਿ ਇਹ ਲੇਖ ਸਾਡੇ ਮੱਥਿਆਂ 'ਤੇ ਉਸ ਪਰਮਾਤਮਾ ਨੇ ਲਿਖਿਆ ਹੋਇਆ ਸੀ। ਜਨ ਨਾਨਕ ਬਲਿਹਾਰੀ ਗੁਰ ਆਪਣੇ, ਵਿਟੋ ਜਿਨ ਭਰਮ ਭੁਲਾ ਮਾਰਗ ਪਾਇਆ। ਹੇ ਦਾਸ ਨਾਨਕ, ਇਹ ਆਖੋ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਭੁਲੇਖੇ ਵਿੱਚ ਭੁੱਲੇ ਨੂੰ ਰਾਹੇ ਪਾਇਆ ਹੈ। ਅਸੀਂ ਆਪਣੇ ਜੀਵਨ 'ਤੇ ਵੀ ਜੇ ਝਾਤ ਮਾਰੀਏ, ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਲੋਕ ਅਜਿਹੇ ਹੋਵਣ ਜਿਨ੍ਹਾਂ ਦੇ ਪਰਿਵਾਰ ਗੁਰੂ ਸਾਹਿਬ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ। ਤੁਹਾਡੇ ਜਨਮ ਤੋਂ ਵੀ ਪਹਿਲਾਂ ਤੋਂ ਸ਼ਿੱਦਤ ਦੇ ਨਾਲ ਗੁਰੂ ਸਾਹਿਬ ਦੇ ਲੜ ਲੱਗੇ ਹੋਏ ਹੋਵਣ ਅਤੇ ਤੁਹਾਨੂੰ ਬਚਪਨ ਤੋਂ ਹੀ ਉਹ ਨੀਂਹ ਮਿਲੀ ਹੋਵੇ ਕਿ ਤੁਸੀਂ ਬਚਪਨ ਤੋਂ ਹੀ ਗੁਰੂ ਸਾਹਿਬ ਦੇ ਲੜ ਲੱਗੇ ਹੋਵੋ। ਪਰ ਉੱਥੇ ਹੀ ਤੁਹਾਡੇ 'ਚੋਂ ਕੁਝ ਲੋਕ ਅਜਿਹੇ ਵੀ ਹੋਣਗੇ ਜੋ ਗਾਹੇ ਬਗਾਹੇ ਗੁਰੂਦੁਆਰਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਜ਼ਰੂਰ ਜਾਂਦੇ ਹੋਣਗੇ ਕਿਸੇ ਖਾਸ ਮੌਕਿਆਂ 'ਤੇ, ਪਰ ਆਮ ਤੌਰ 'ਤੇ ਦੁਨਿਆਵੀ ਜੀਵਨ ਦੇ ਵਿੱਚ ਵਿਅਸਤ ਹੋਣਗੇ। ਪਰ ਫਿਰ ਇੱਕ ਦਿਨ ਉਹ ਸਮਾਂ ਆਇਆ, ਉਹ ਪਲ ਆਇਆ ਕਿ ਤੁਹਾਡੀ ਬਿਰਤੀ ਨੇ ਮੋੜਾ ਖਾਧਾ ਅਤੇ ਤੁਸੀਂ ਜੋ ਭਰਮ ਭੁੱਲੇ ਸੀ ਉਹ ਗੁਰੂ ਦੇ ਰਸਤੇ 'ਤੇ ਚੱਲਣ ਲੱਗੇ, ਗੁਰੂ ਸਾਹਿਬ ਦੇ ਨਾਲ ਸ਼ਿੱਦਤ ਨਾਲ ਪ੍ਰੇਮ ਕਰਨ ਲੱਗੇ। ਨਿੱਤ ਦੇ ਤੌਰ 'ਤੇ, ਡੇਲੀ ਬੇਸਿਸ 'ਤੇ ਗੁਰੂ ਸਾਹਿਬ ਨੂੰ ਪੜ੍ਹਨ ਲੱਗੇ, ਸੁਣਨ ਲੱਗੇ, ਉਹਨਾਂ ਦੇ ਹੁਕਮ ਨੂੰ ਮੰਨਣ ਲੱਗੇ, ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨੁਸਾਰ ਚਲਾਉਣ ਲੱਗੇ। ਸੋ ਆਪਾਂ ਸਾਰੇ ਵੀ ਬਲਿਹਾਰੇ ਜਾਈਏ ਇਸ ਇਲਾਹੀ ਗੁਰੂ ਤੋਂ, ਜਿਨ੍ਹਾਂ ਨੇ ਸਾਨੂੰ ਭਰਮ ਭੁੱਲਿਆਂ ਨੂੰ ਮਾਰਗ 'ਤੇ ਪਾਇਆ, ਸੱਚੇ ਮਾਰਗ 'ਤੇ ਪਾਇਆ। ਮਹਿਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉ ਦੇਖ ਦੀਪਕ ਪਤੰਗ ਪਚਾਇਆ। ਪੰਡਤ ਭੁੱਲ ਭੁੱਲ ਮਾਇਆ ਵੇਖੈ, ਦਿਖਾਂ ਕਿਨੈ ਕਿਹੋ ਆਣ ਚੜਾਇਆ। ਆਪਾਂ ਅਕਸਰ ਸੁਣਦੇ ਹਾਂ ਕਿ ਜੋ ਪਤੰਗਾ ਹੈ ਅੱਗ ਵੱਲ ਨੂੰ ਭੱਜਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਇਸ ਅੱਗ ਦੇ ਵਿੱਚ ਉਹਨੇ ਸੜ ਜਾਣਾ ਹੈ, ਪਰ ਫਿਰ ਵੀ ਅੱਗ ਵੱਲ ਆਕਰਸ਼ਿਤ ਹੁੰਦਾ ਹੈ, ਆਖਰ ਸੜ ਹੀ ਜਾਂਦਾ ਹੈ। ਮਨੁੱਖ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਪਤਾ ਹੈ, ਘੱਟੋ ਘੱਟ ਉਹ ਇਹ ਅਨੁਭਵ ਤੇ ਜ਼ਰੂਰ ਕਰਦਾ ਹੈ ਕਿ ਮਾਇਕ ਪਦਾਰਥਾਂ ਦੇ ਪਿੱਛੇ, ਜਿਨ੍ਹਾਂ ਦੇ ਪਿੱਛੇ ਉਹ ਭੱਜਦਾ ਹੁੰਦਾ ਹੈ, ਜਦੋਂ ਉਹਨਾਂ ਨੂੰ ਹਾਸਲ ਵੀ ਕਰ ਲੈਂਦਾ ਤੇ ਉਹ ਕੁਝ ਪਲਾਂ ਦੀ ਖੁਸ਼ੀ ਜ਼ਰੂਰ ਦੇ ਕੇ ਜਾਂਦੇ ਨੇ, ਪਰ ਸਥਾਈ ਖੁਸ਼ੀ ਨਹੀਂ ਦਿੰਦੇ। ਇਸੇ ਲਈ ਗੁਰੂ ਸਾਹਿਬ ਕਹਿੰਦੇ ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉ ਦੇਖ ਦੀਪਕ ਪਤੰਗ ਪਚਾਇਆ। ਸਾਰੇ ਜੀਵ ਕੀ ਵਿਦਵਾਨ ਤੇ ਕੀ ਤਿਆਗੀ ਤ੍ਰੈ ਗੁਣੀ ਮਾਇਆ ਨੂੰ ਵੇਖ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਰਹੇ ਨੇ, ਦੁਖੀ ਹੋ ਰਹੇ ਨੇ, ਜਿਵੇਂ ਭੰਬਟ ਦੀਵੇ ਨੂੰ ਵੇਖ ਕੇ ਦੀਵੇ ਉੱਤੇ ਸੜਦੇ ਹਨ। ਮਾਇਆ ਵੱਲ ਆਕਰਸ਼ਿਤ ਹੋ ਕੇ ਉਹਨੂੰ ਹਾਸਲ ਕਰਨ ਦੀਆਂ ਜੀ ਤੋੜ ਕੋਸ਼ਿਸ਼ਾਂ ਕਰਦਾ ਹੋਇਆ ਮਨੁੱਖ
ਆਖਰ ਜਦੋਂ ਉਸ ਮਾਇਆ ਨੂੰ ਹਾਸਲ ਕਰ ਵੀ ਲੈਂਦਾ ਹੈ, ਖੁਸ਼ ਤਾਂ ਵੀ ਨਹੀਂ ਹੋ ਪਾਉਂਦਾ। ਬਿਲਕੁਲ ਉਸ ਪਤੰਗੇ ਵਾਂਗ ਜਿਹੜਾ ਅੱਗ ਵੱਲ ਆਕਰਸ਼ਿਤ ਹੋ ਕੇ ਉਹਦੇ ਨੇੜੇ ਜਾਂਦਾ ਹੈ, ਆਖਰ ਅੱਗ ਨੂੰ ਪਾ ਵੀ ਲੈਂਦਾ ਹੈ, ਪਰ ਨਤੀਜੇ ਵਜੋਂ ਸੜ ਹੀ ਜਾਂਦਾ ਹੈ, ਉਹਦਾ ਆਨੰਦ ਨਹੀਂ ਮਾਣ ਪਾਉਂਦਾ। ਦੂਜੇ ਪਾਸੇ ਗੁਰੂ ਸਾਹਿਬ ਪੰਡਤ ਦੀ ਗੱਲ ਕਰਦੇ ਨੇ, ਕਹਿੰਦੇ ਪੰਡਤ ਭੁੱਲ ਭੁੱਲ ਮਾਇਆ ਵੇਖੈ, ਕਿ ਪੰਡਤ ਜੋ ਹੋਰਨਾਂ ਨੂੰ ਕਥਾ ਸੁਣਾਉਂਦਾ ਹੈ, ਕਥਾ ਸੁਣਾਉਂਦੇ ਹੋਏ ਮੁੜ ਮੁੜ ਮਾਇਆ ਵੱਲ ਹੀ ਤੱਕਦਾ ਹੈ। ਦੇਖਾਂ ਕਿੰਨਾ ਕਿਹੋ ਆਣ ਚੜਾਇਆ, ਕਿ ਦੇਖਾਂ ਤੇ ਸਹੀ ਕਿੰਨੇ ਕੀ ਭੇਟਾ ਲਿਆ ਕੇ ਰੱਖੀ ਹੈ, ਕਿੰਨੇ ਕੀ ਚੜਾਇਆ ਹੈ। ਦੂਜੈ ਭਾਏ ਪੜਹਿ ਨਿਤ ਵਿਖਿਆ, ਨਾਵੋ ਦਈ ਖੁਆਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਉਹਨਾਂ ਅਹੰਕਾਰ ਬਹੁ ਗਰਭ ਵਧਾਇਆ। ਦੂਜੈ ਭਾਏ ਪੜ੍ਹੈ ਨਿਤ ਵਿਖਿਆ, ਸੋ ਮਾਇਆ ਦੇ ਪਿਆਰ ਵਿੱਚ ਉਹ ਪੰਡਤ ਜੋ ਹੈ ਅਸਲ ਸਦਾ ਮਾਇਆ ਦੀ ਸੰਥਾ ਹੀ ਪੜ੍ਹਦੇ ਹਨ। ਨਾਮੋ ਦਈ ਖੁਆਇਆ, ਪਰਮਾਤਮਾ ਨੇ ਉਹਨਾਂ ਨੂੰ ਆਪਣੇ ਨਾਮ ਵੱਲੋਂ ਖੁੰਝਾ ਦਿੱਤਾ ਹੈ। ਜੋਗੀ ਜੰਗਮ ਤੇ ਸੰਨਿਆਸੀ ਜਿਹੜੇ ਆਪਣੇ ਵੱਲੋਂ ਤਿਆਗੀ ਬਣੇ ਹੋਏ ਹਨ, ਗੁਰੂ ਸਾਹਿਬ ਕਹਿੰਦੇ ਜੀਵਨ ਦੇ ਰਾਹ ਤੋਂ ਤੇ ਅਸਲ 'ਚ ਉਹ ਵੀ ਖੁੰਝੇ ਹੋਏ ਨੇ, ਕਿਉਂਕਿ ਇੱਕ ਤੇ ਉਹ ਆਪਣੇ ਤਿਆਗ ਦਾ ਮਾਣ ਹੰਕਾਰ ਹੀ ਬਹੁਤ ਕਰਦੇ ਨੇ, ਆਪਣੀ ਗ੍ਰਸਤੀ ਨੂੰ ਛੱਡ ਜਾਂਦੇ ਨੇ ਪਰ ਹੰਕਾਰ ਨੂੰ ਨਹੀਂ ਛੱਡਦੇ, ਬਲਕਿ ਹੰਕਾਰ ਉਹਨਾਂ ਦਾ ਹੋਰ ਵੀ ਤਕੜਾ ਹੋ ਜਾਂਦਾ ਕਿ ਅਸੀਂ ਗ੍ਰਸਤੀ ਛੱਡ ਦਿੱਤੀ। ਜਦੋਂ ਉਹ ਵੇਖਦੇ ਨੇ ਕਿ ਇੰਨੇ ਲੱਖਾਂ ਕਰੋੜਾਂ ਲੋਕ ਗ੍ਰਸਤੀ ਦੇ ਵਿੱਚ ਨੇ, ਆਪਣੀ ਗ੍ਰਸਤੀ ਚਲਾ ਰਹੇ ਨੇ, ਉਹਨਾਂ ਦੇ ਭਾਅ ਦੀ ਕਿ ਗ੍ਰਸਤੀ ਦੇ ਵਿੱਚ ਫਸੇ ਹੋਏ ਨੇ ਤੇ ਅਸੀਂ ਉਹ ਗ੍ਰਸਤੀ ਛੱਡ ਦਿੱਤੀ ਹੈ, ਤੇ ਆਪਣੇ ਆਪ 'ਤੇ ਬੜਾ ਮਾਣ ਮਹਿਸੂਸ ਕਰਦੇ ਨੇ, ਬੜਾ ਹੰਕਾਰ ਮਹਿਸੂਸ ਕਰਦੇ ਨੇ, ਉਸ ਹੰਕਾਰ ਨੂੰ ਤਿਆਗ ਨਹੀਂ ਪਾਉਂਦੇ। ਸਾਧਨ ਭੋਜਨ ਨਾ ਲੈ ਹੀ ਸਤ ਭਿਖਿਆ, ਮਨ ਹਠ ਜਨਮ ਗਵਾਇਆ, ਏਤੜਿਆਂ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਧਿਆਇਆ। ਇੱਕ ਤੇ ਹੰਕਾਰ ਨਹੀਂ ਛੱਡ ਪਾਉਂਦੇ, ਤੇ ਦੂਜਾ ਜਦੋਂ ਗ੍ਰਸਤੀਆਂ ਪਾਸੋਂ ਆਦਰ ਮਾਣ ਦੇ ਨਾਲ ਉਹਨਾਂ ਨੂੰ ਕੋਈ ਸਾਧਨ ਯਾਨੀ ਕੱਪੜਾ ਜਾਂ ਭੋਜਨ ਮਿਲਦਾ ਹੈ, ਜੇ ਕੋਈ ਸ਼ਰਧਾ ਨਾਲ ਉਹਨਾਂ ਨੂੰ ਕੁਝ ਦੇਵੇ ਤੇ ਉਹਨਾਂ ਨੂੰ ਲੱਗੇ ਕਿ ਇਹ ਘੱਟ ਹੈ, ਤਾਂ ਉਹ ਲੈਂਦੇ ਨਹੀਂ, ਮਨਾ ਕਰ ਦਿੰਦੇ ਨੇ। ਆਪਾਂ ਅਕਸਰ ਵੇਖਦੇ ਹਾਂ ਕਈ ਵਾਰ ਕੋਈ ਸਾਧਾਂ ਦਾ ਭੇਸ ਬਣਾ ਕੇ, ਭਗਵਾਂ ਚੋਲਾ ਪਾ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਮੰਗਦੇ ਫਿਰਦੇ ਹੁੰਦੇ ਨੇ, ਤੁਸੀਂ ਉਹਨਾਂ ਨੂੰ ਕੁਝ ਦਿਓ, ਤੇ ਅੱਗੇ ਤੋਂ ਕਈ ਵਾਰ ਉਹ ਡਿਮਾਂਡ ਵੀ ਕਰਦੇ ਨੇ ਕਿ ਨਹੀਂ ਇੰਨੇ ਨਹੀਂ, ਇੰਨੇ ਪੈਸੇ ਦਿਓ। ਸੋ ਉਸ ਗੱਲ ਦੀ ਗੱਲ ਗੁਰੂ ਸਾਹਿਬ ਕਰਦੇ ਪਏ ਨੇ, ਸਾਧਨ ਭੋਜਨ ਨਾ ਲੈ ਹੀ ਸਤ ਭਿਖਿਆ, ਮਨ ਹਠ ਜਨਮ ਗਵਾਇਆ, ਕਿ ਸ਼ਰਧਾ ਦੇ ਨਾਲ ਜਦੋਂ ਉਹਨਾਂ ਨੂੰ ਕੋਈ ਕੁਝ ਦਿੰਦਾ ਹੈ ਤੇ ਉਹਨਾਂ ਨੂੰ ਲੱਗੇ ਕਿ ਚੀਜ਼ ਥੋੜ੍ਹੀ ਹੈ, ਉਹਨੂੰ ਘੂਰਦੇ ਨੇ, ਮਨਾ ਕਰ ਦਿੰਦੇ ਨੇ, ਚੀਜ਼ ਲੈਂਦੇ ਨਹੀਂ। ਮਨ ਦੇ ਹੱਠ ਕਾਰਨ ਇਹਨਾਂ ਨੇ ਜੋ ਆਪਣਾ ਗ੍ਰਸਤੀ ਜੀਵਨ ਤਿਆਗਿਆ, ਗੁਰੂ ਸਾਹਿਬ ਕਹਿੰਦੇ ਉਸ ਦੇ ਕਰਕੇ ਵੀ ਇਹ ਆਪਣਾ ਜੋ ਜੀਵਨ ਹੈ ਅਜ਼ਾਈਂ ਗਵਾਉਂਦੇ ਨੇ, ਕਿਉਂਕਿ ਅਸਲ ਦੇ ਵਿੱਚ ਤਿਆਗੀ ਇਹ ਬਣ ਨਹੀਂ ਪਾਈ। ਮਾਇਆ ਨੂੰ ਤਿਆਗਣਾ ਸੀ, ਉਹਨੂੰ ਤਿਆਗ ਨਹੀਂ ਪਾਈ। ਏਤੜਿਆਂ ਵਿੱਚੋਂ ਸੋ ਜਨ ਸਮਦਾ ਜਾਣੀ ਕਿ ਸਮਾਧੀ ਵਾਲਾ, ਟਿਕੇ ਮਨ ਵਾਲਾ, ਪੂਰਨ ਅਵਸਥਾ ਵਾਲਾ, ਕਹਿੰਦੇ ਇੰਨਿਆਂ ਦੇ ਵਿੱਚੋਂ ਪੂਰਨ ਮਨੁੱਖ ਜਾਂ ਪੂਰਨ ਅਵਸਥਾ ਵਾਲਾ ਮਨੁੱਖ ਉਹ ਹੈ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ, ਜਿਨ ਗੁਰਮੁਖ ਨਾਮ ਧਿਆਇਆ। ਜਨ ਨਾਨਕ ਕਿਸ ਨੂੰ ਆਖ ਸੁਣਾਈਐ, ਜਾਂ ਕਰਦੇ ਸਭ ਕਰਾਇਆ। ਪਰ ਹੇ ਦਾਸ ਨਾਨਕ, ਕਿਸ ਦੇ ਅੱਗੇ ਇਹ ਪੁਕਾਰ ਕਰੀਏ ਕਿ ਇਹਨਾਂ ਜੀਵਾਂ ਨੂੰ ਮਾਇਆ ਦੇ ਚੰਗੁਲ ਦੇ ਵਿੱਚੋਂ ਛੁਡਾ, ਕਿਉਂਕਿ ਅਸਲ ਦੇ ਵਿੱਚ ਇਹ ਸਾਰੇ ਹੀ ਜੀਵ ਉਸ ਪਰਮਾਤਮਾ ਦੇ ਪ੍ਰੇਰੇ ਹੋਏ ਹੀ ਸਭ ਕਾਰ ਕਰਦੇ ਪਏ ਨੇ। ਬੇਸ਼ੱਕ ਉਹ ਕਾਰ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਹੈ, ਤੇ ਬੇਸ਼ੱਕ ਉਹ ਕਾਰ ਤਿਆਗੀ ਹੋ ਕੇ ਹੰਕਾਰ ਨਾਲ ਫਿਰ ਵੀ ਲਿਪਟਣ ਦੀ ਜਾਂ ਸ਼ਰਧਾ ਨਾਲ ਮਿਲਿਆ ਹੋਇਆ ਕੱਪੜਾ ਭੋਜਨ ਮਨਾ ਕਰਨ ਦੀ ਹੈ। ਜੋ ਵੀ ਕਾਰ ਜੋ ਵੀ ਜੀਵ ਕਰਦਾ ਹੈ, ਪਰਮਾਤਮਾ ਵੱਲੋਂ ਪ੍ਰੇਰਿਆ ਹੋਇਆ ਹੀ ਕਰਦਾ ਹੈ, ਜਾਂ ਕਰਦੇ ਸਭ ਕਰਾਇਆ। ਪੌੜੀ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਇਹ ਜਮ ਕੀ ਸਿਰਕਾਰ ਹੈ,
ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ, ਗੁਰੂ ਸਾਹਿਬ ਕਹਿੰਦੇ ਮਾਨੋ ਇਹ ਸਾਰੇ ਭੂਤ ਹਨ, ਇਹ ਸਾਰੇ ਹੀ ਜਮਰਾਜ ਦੀ ਰਈਅਤ ਹਨ। ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ। ਮਨ ਮੁਖ ਜਮ ਮਗ ਪਾਈਨ, ਜਿਨ ਦੂਜਾ ਭਾਉ ਪਿਆਰਾ। ਜਮਪੁਰ ਬੱਧੇ ਮਾਰੀਨ, ਕੋ ਸੁਣੈ ਨਾ ਪੁਕਾਰਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਨ੍ਹਾਂ ਨੂੰ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ, ਜਮਰਾਜ ਦੇ ਰਾਹ 'ਤੇ ਪਾਏ ਜਾਂਦੇ ਨੇ। ਭਾਵ ਕਿ ਉਹ ਜਮਰਾਜ ਦੀ ਮਲਕੀਅਤ ਦੇ ਵਿੱਚ ਆਏ ਹੋਏ ਮਾਇਆ ਦੇ ਮੋਹ, ਕਾਮ, ਕ੍ਰੋਧ, ਅਹੰਕਾਰ ਆਦਿਕ ਦੇ ਵੱਸ ਵਿੱਚ ਪਏ ਹੋਏ ਹੁੰਦੇ ਨੇ। ਉਹ ਮਨਮੁਖ ਜਮਪੁਰੀ ਵਿੱਚ ਵੱਜੇ ਹੋਏ, ਭਾਵ ਕਿ ਇਹਨਾਂ ਕਾਮ ਆਦਿਕ ਵੈਰੀਆਂ ਦੇ ਵੱਸ ਵਿੱਚ ਪਏ ਹੋਏ ਮਾਰੀ ਦੇ ਹਨ, ਦੁਖੀ ਹੁੰਦੇ ਹਨ। ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ। ਕਾਰਨ ਇਹ ਹੈ ਕਿ ਉਸ ਪ੍ਰਮਾਤਮਾ ਦਾ ਉਹਨਾਂ ਦੇ ਲਈ ਫੈਸਲਾ ਹੀ ਇਹ ਹੈ ਕਿ ਉਹ ਇਹਨਾਂ ਕਾਮ ਆਦਿਕ ਵੈਰੀਆਂ ਦੇ ਚੰਗੁਲ ਦੇ ਵਿੱਚ, ਪੰਜੇ ਦੇ ਵਿੱਚ ਫਸੇ ਰਹਿਣ। ਇਸ ਕਰਕੇ ਹੋਰ ਕੋਈ ਵੀ ਉਹਨਾਂ ਨੂੰ ਉਸ ਪੰਜੇ ਤੋਂ ਛੁਡਾ ਨਹੀਂ ਸਕਦਾ, ਹੋਰ ਕੋਈ ਵੀ ਉਹਨਾਂ ਦੀ ਪੁਕਾਰ ਨਹੀਂ ਸੁਣ ਸਕਦਾ। ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰਮੁਖ ਨਿਸਤਾਰਾ। ਕੋਈ ਹੋਰ ਉਹਨਾਂ ਦੀ ਪੁਕਾਰ ਨਹੀਂ ਸੁਣ ਸਕਦਾ। ਇਹ ਤੇ ਉਸ ਪ੍ਰਮਾਤਮਾ ਦੇ ਹੱਥ ਵੱਸ ਹੈ। ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰੇ, ਉਹਨੂੰ ਗੁਰੂ ਮਿਲਦਾ ਹੈ ਤੇ ਗੁਰੂ ਦੇ ਰਾਹੀਂ ਇਹਨਾਂ ਭੂਤਾਂ ਤੋਂ ਉਹਦਾ ਛੁਟਕਾਰਾ ਹੁੰਦਾ ਹੈ। ਸ਼ਲੋਕ ਮਹਿਲਾ ਤੀਜਾ। ਹਉ ਮੈਂ ਮਮਤਾ ਮੋਹਣੀ, ਮਨ ਮੁਖਾਨੋਂ ਗਈ ਖਾਏ। ਜੋ ਮੋਹ ਦੂਜੈ ਚਿਤ ਲਾਇਂਦੇ, ਤਿਨਾ ਵਿਆਪ ਰਹੀ ਲਪਟਾਏ। ਹਉ ਮੈਂ ਤੇ ਅਪਣੱਤ ਸਰੂਪ ਵਾਲੀ ਮਾਇਆ ਮਾਨੋ ਚੁੜੇਲ ਹੈ, ਜੋ ਆਪ ਹੁਦਰਿਆਂ ਨੂੰ, ਜਾਣੀ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਹੜੱਪ ਕਰ ਜਾਂਦੀ ਹੈ। ਜੋ ਮਨੁੱਖ ਰੱਬ ਨੂੰ ਛੱਡ ਕਿਸੇ ਹੋਰ ਦੇ ਮੋਹ 'ਚ ਚਿੱਤ ਜੋੜਦੇ ਹਨ, ਉਹਨਾਂ ਨੂੰ ਚੰਬੜ ਕੇ ਇਹ ਮਾਇਆ ਰੂਪ ਚੜੇਲ ਆਪਣੇ ਵੱਸ ਵਿੱਚ ਕਰ ਲੈਂਦੀ ਹੈ। ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੈ ਉਜਲਾ, ਨਾਮ ਵਸੈ ਮਨ ਆਏ। ਜੇ ਗੁਰੂ ਦੇ ਸ਼ਬਦ ਨਾਲ ਇਹਨੂੰ ਚੰਗੀ ਤਰ੍ਹਾਂ ਸਾੜੀਏ, ਜਿਸ ਪ੍ਰਕਾਰ ਕੇ ਭੂਤਾਂ ਚੜੇਲਾਂ ਦਾ ਇਲਾਜ ਕਰਨ ਵਾਲੇ ਉਹਨਾਂ ਨੂੰ ਸਾੜਨ ਦਾ ਡਰਾਵਾ ਦਿੰਦੇ ਨੇ। ਅਕਸਰ ਹੀ ਚੇਲੇ ਚਪਟੇ ਜੋ ਹੁੰਦੇ ਹਨ, ਜਿਨ੍ਹਾਂ ਦੇ ਕੋਲ ਲੋਕ ਚਲੇ ਜਾਂਦੇ ਨੇ ਕਿ ਸਾਡੇ ਪਰਿਵਾਰ ਦੇ ਇਸ ਜੀਅ ਨੂੰ ਕੋਈ ਪ੍ਰੇਤ ਚੰਬੜਿਆ ਹੈ, ਬਾਬਾ ਜੀ ਇਲਾਜ ਕਰੋ। ਤੇ ਇਲਾਜ ਕਰਨ ਵਾਲਾ ਅੱਗੋਂ ਕਹਿੰਦਾ ਕਿ ਇਹਨੂੰ ਪ੍ਰੇਤ ਚੁੰਬੜਿਆ ਹੈ, ਤੇ ਉਸ ਪ੍ਰੇਤ ਨੂੰ ਫਿਰ ਕੁਝ ਮੰਤਰ ਪੜ੍ਹ ਕੇ ਸਾੜਨ ਦਾ ਡਰਾਵਾ ਦਿੰਦਾ। ਉਹਦੇ ਨਾਲ ਤੇ ਉਹ ਪ੍ਰੇਤ ਸੜਦੇ ਹਨ ਜਾਂ ਨਹੀਂ ਪਤਾ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਕਿ ਗੁਰੂ ਦੇ ਸ਼ਬਦ ਵਿੱਚ ਜੇ ਜੁੜੀਏ ਤੇ ਮਾਇਆ ਮੋਹ ਰੂਪੀ ਚੜੇਲ ਨੂੰ ਜ਼ਰੂਰ ਅਸੀਂ ਚੰਗੀ ਤਰ੍ਹਾਂ ਸਾੜ ਸਕਦੇ ਹਾਂ। ਗੁਰ ਕਾ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚੋਂ ਜਾਏ, ਤਾਂ ਇਹ ਪ੍ਰੇਤ ਸਾਡੇ ਅੰਦਰੋਂ ਨਿਕਲਦੀ ਹੈ। ਤਨ ਮਨ ਹੋਵੈ ਉਜਲਾ, ਨਾਮ ਵਸੈ ਮਨ ਆਏ। ਸਰੀਰ ਤੇ ਮਨ ਸਾਡਾ ਸਵੱਛ ਹੋ ਜਾਂਦਾ ਹੈ, ਪ੍ਰਭੂ ਦਾ ਨਾਮ ਸਾਡੇ ਮਨ ਵਿੱਚ ਆ ਵਸਦਾ ਹੈ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਇਹ ਨਾਨਕ, ਇਸ ਮਾਇਆ ਦਾ ਮਾਰਨ ਤੋਂ ਭਾਵ ਜ਼ਹਿਰ ਨੂੰ ਕੁਸ਼ਤਾ ਕਰਨ ਵਾਲੀ, ਜ਼ਹਿਰ ਦੇ ਅਸਰ ਨੂੰ ਕੱਟਣ ਵਾਲੀ ਬੂਟੀ। ਮਾਇਆ ਕਾ ਮਾਰਨ ਹਰ ਨਾਮ ਹੈ। ਇਸ ਮਾਇਆ ਰੂਪੀ ਜ਼ਹਿਰ ਨੂੰ ਘਟਾਉਣ ਵਾਲੀ, ਉਹਦੇ ਅਸਰ ਨੂੰ ਖਤਮ ਕਰਨ ਵਾਲੀ ਬੂਟੀ ਹਰ ਨਾਮ ਹੈ। ਗੁਰਮੁਖ ਪਾਇਆ ਜਾਏ, ਜੋ ਗੁਰੂ ਤੋਂ ਹੀ ਮਿਲ ਸਕਦਾ ਹੈ, ਗੁਰੂ ਦੇ ਸਨਮੁਖ ਹੋ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਮਹਿਲਾ ਤੀਜਾ। ਏ ਮਨ ਕੀਤੜਿਆਂ ਜੁਗ ਭਰਮਿਆਂ, ਥਿਰ ਰਹਿ ਨ ਆਵੈ ਜਾਏ। ਹਰ ਭਾਣਾ ਤਾਂ ਪਰਮਾਇਣ, ਕਰ ਪਰਪੰਚ ਖੇਲ ਉਪਾਏ। ਮਨੁੱਖ ਦਾ ਇਹ ਮਨ ਕਈ ਯੁੱਗ ਭਟਕਦਾ ਰਹਿੰਦਾ ਹੈ, ਪਰਮਾਤਮਾ ਵਿੱਚ ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ। ਇਹ ਹੈ ਗੱਲਬਾਤ
ਉਹਨਾਂ ਖੁਸ਼ੀ ਦੇ ਪਲਾਂ ਦੀ ਜੋ ਆਪਾਂ ਵੀਡੀਓ ਦੀ ਸ਼ੁਰੂਆਤ ਵਿੱਚ ਕੀਤੀ। ਇਹ ਮਨ ਕੇਤੜਿਆਂ ਜੁਗ ਭਰਮਿਆਂ, ਕਿੰਨੇ ਯੁੱਗ ਭਟਕਿਆ ਹੈ, ਭਾਵ ਕਿ ਖੁਸ਼ੀ ਦੇ ਤੇ ਗਮ ਦੇ ਕਿੰਨੇ ਹੀ ਪਲਾਂ ਦੇ ਵਿੱਚੋਂ ਦੀ ਇਹ ਲੰਘਿਆ ਹੈ। ਕਦੇ ਖੁਸ਼ੀ ਦੇ ਕੋਈ ਪਲ ਆਏ, ਕਦੇ ਗਮ ਦੇ ਪਲ ਆਏ, ਸਥਿਰਤਾ ਨਹੀਂ ਆਈ। ਥਿਰ ਰਹਿ ਨਾ ਆਵੈ ਜਾਏ, ਸਥਿਰਤਾ ਆਈ ਨਹੀਂ, ਆਉਂਦਾ ਜਾਂਦਾ ਰਿਹਾ ਇਹਨਾਂ ਖੁਸ਼ੀ ਤੇ ਗਮ ਦੇ ਪਲਾਂ ਦੇ ਵਿੱਚ। ਹਰ ਭਾਣਾ ਤਾਂ ਭਰਮਾਈਨ, ਕਰ ਪ੍ਰਪੰਚ ਖੇਲ ਉਪਾਏ। ਪਰ ਇਹਦੇ 'ਚ ਕੋਈ ਮਨੁੱਖ ਦਾ ਕਸੂਰ ਨਹੀਂ ਜੇ ਉਹਦੇ ਜੀਵਨ ਦੇ ਵਿੱਚ ਖੁਸ਼ੀ ਸਿਰਫ ਕੁਝ ਪਲਾਂ 'ਤੇ ਹੀ ਆਉਂਦੀ ਹੈ, ਸਥਿਰਤਾ ਨਹੀਂ ਰਹਿੰਦੀ। ਇਹ ਉਸ ਪ੍ਰਮਾਤਮਾ ਦਾ ਹੀ ਭਾਣਾ ਹੈ। ਇਹ ਗੱਲ ਉਸ ਪ੍ਰਮਾਤਮਾ ਨੂੰ ਇਸੇ ਤਰ੍ਹਾਂ ਹੀ ਭਾਉਂਦੀ ਹੈ ਕਿ ਉਸਨੇ ਇਹ ਜਗਤ ਖੇਡ ਰਚੀ। ਜਗਤ ਖੇਡ ਦੇ ਵਿੱਚ ਠੱਗਣ ਵਾਲੀ, ਮਾਨਸਿਕ ਸਥਿਰਤਾ ਨੂੰ ਠੱਗਣ ਵਾਲੀ ਇਹ ਮਾਇਆ ਪੈਦਾ ਕੀਤੀ ਅਤੇ ਇਹਨਾਂ ਜੀਵਾਂ ਨੂੰ ਇਸ ਮਾਇਆ ਦੇ ਵਿੱਚ ਭਰਮਾਇਆ, ਮਾਇਆ ਦੇ ਪੰਜੇ 'ਚ ਫਸਾਇਆ। ਇਹ ਗੱਲ ਪ੍ਰਮਾਤਮਾ ਨੂੰ ਇਸੇ ਤਰ੍ਹਾਂ ਹੀ ਭਾਉਂਦੀ ਹੈ। ਇਹ ਉਸ ਪ੍ਰਮਾਤਮਾ ਦਾ ਹੀ ਭਾਣਾ ਹੈ। ਜੇ ਅਸੀਂ ਮਾਇਆ ਦੇ ਮੋਹ 'ਚ ਵੀ ਬੱਝੇ ਹੋਏ ਹਾਂ ਤਾਂ ਇਹਦੇ 'ਚ ਸਾਡਾ ਕਸੂਰ ਕੋਈ ਨਹੀਂ। ਅਤੇ ਇਹ ਵੀ ਹੈ ਕਿ ਸਾਰੀ ਲੁਕਾਈ ਹੀ ਮਾਇਆ ਦੇ ਵਿੱਚ ਨਹੀਂ ਉਲਝੀ ਹੋਈ। ਸਥਿਰਤਾ ਹਾਸਲ ਕਰ ਚੁੱਕੇ ਵੀ ਜੀਵ ਇਸ ਜਗਤ ਦੇ ਵਿੱਚ ਹਨ। ਉਹ ਓਨੇ ਕੁ ਨੇ ਜਿਨ੍ਹਾਂ ਦੇ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਜਾਂ ਹਰ ਬਖਸ਼ੇ ਤਾਂ ਗੁਰ ਮਿਲੈ, ਅਸਥਿਰ ਰਹਿ ਸਮਾਏ। ਜਦੋਂ ਪ੍ਰਭੂ ਆਪ ਬਖਸ਼ੇ, ਆਪ ਮਿਹਰ ਕਰੇ ਤਾਂ ਜੀਵ ਨੂੰ ਗੁਰੂ ਮਿਲਦਾ ਹੈ। ਫਿਰ ਉਹ ਜੀਵ ਪ੍ਰਭੂ ਵਿੱਚ ਜੁੜ ਕੇ ਟਿਕਿਆ ਰਹਿੰਦਾ ਹੈ, ਅਸਥਿਰ ਰਹਿੰਦਾ ਹੈ। ਫਿਰ ਉਹ ਜੀਵ ਉਹ ਅਵਸਥਾ ਹਾਸਲ ਕਰ ਲੈਂਦਾ ਜਿੱਥੇ ਉਹਨੂੰ ਜੀਵਨ ਦੇ ਵਿੱਚ ਆਨੰਦਿਤ ਹੋਣ ਦੇ ਲਈ ਖੁਸ਼ੀ ਦੇ ਪਲਾਂ ਦੀ ਲੋੜ ਨਹੀਂ ਪੈਂਦੀ। ਉਹ ਸਦਾ ਹੀ ਆਨੰਦਿਤ ਰਹਿੰਦਾ ਹੈ। ਬਲਕਿ ਜਦੋਂ ਉਹਦੇ ਜੀਵਨ ਦੇ ਵਿੱਚ ਗਮ ਦੇ ਪਲ ਵੀ ਆਵਣ ਤਾਂ ਵੀ ਉਹਦੇ ਆਨੰਦ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਜੇ ਆਨੰਦ ਇੱਕ ਫਲੈਟ ਲਾਈਨ ਹੈ, ਮੰਨ ਲਵੋ ਜਿਵੇਂ ਆਪਾਂ ECG ਤੁਸੀਂ ਅਕਸਰ ਵੇਖੀ ਹੋਣੀ ਹੈ, ਦਿਲ ਦੀ ਧੜਕਣ ਦੀ ਉਹ ਰਿਪੋਰਟ ਕਿ ਜਿਹਦੇ 'ਚ ਉੱਚੇ ਨੀਵੇਂ ਉਤਾਰ ਚੜ੍ਹਾਅ ਸਾਨੂੰ ਨਜ਼ਰ ਆਉਂਦੇ ਨੇ। ਖੁਸ਼ੀ ਅਤੇ ਗਮ ਮੰਨ ਲਓ ਉਸੇ ਪ੍ਰਕਾਰ ਨੇ, ਪਰ ਉਤਾਰ ਚੜ੍ਹਾਅ ਦੀ ਬਜਾਏ ਜੇ ਉਹ ਲਾਈਨ ਸਿੱਧੀ ਹੋਵੇ ਅਤੇ ਉਹ ਹੈ ਆਨੰਦ ਦੀ, ਸਥਿਰਤਾ ਦੀ ਅਵਸਥਾ। ਆਮ ਮਨੁੱਖ ਖੁਸ਼ੀ ਵੇਲੇ ਉੱਪਰ ਨੂੰ ਉਛਲਦਾ ਹੈ, ਗਮ ਵੇਲੇ ਕਹਿ ਲਓ ਧਰਤੀ 'ਚ ਧੱਸ ਜਾਂਦਾ ਹੈ। ਪਰ ਜੋ ਗੁਰੂ ਦੇ ਲੜ ਲੱਗ ਕੇ, ਜਿਹਦੇ 'ਤੇ ਪ੍ਰਮਾਤਮਾ ਦੀ ਮਿਹਰ ਹੋ ਗਈ, ਗੁਰੂ ਦੇ ਲੜ ਉਹ ਲੱਗ ਗਿਆ, ਪ੍ਰਮਾਤਮਾ ਦਾ ਨਾਮ ਸਿਮਰਨ ਲੱਗ ਗਿਆ, ਪ੍ਰਭੂ ਦੇ ਵਿੱਚ ਟਿਕ ਗਿਆ, ਉਹ ਸਿੱਧੀ ਲਾਈਨ, ਫਲੈਟ ਲਾਈਨ, ਆਨੰਦਿਤ ਅਵਸਥਾ ਹਾਸਲ ਕਰ ਲੈਂਦਾ, ਜਿੱਥੇ ਕਿ ਨਾ ਤਾਂ ਖੁਸ਼ੀ ਆਉਣ 'ਤੇ ਉਛਾਲ ਆਉਂਦਾ ਹੈ ਅਤੇ ਨਾ ਹੀ ਗਮੀ ਆਉਣ 'ਤੇ ਨਿਗਾਰ ਆਉਂਦਾ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ। ਪਿਛਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਦੋਂ ਪ੍ਰਭੂ ਆਪ ਮਿਹਰ ਕਰਦਾ ਤਾਂ ਜੀਵ ਨੂੰ ਗੁਰੂ ਮਿਲਦਾ ਹੈ ਅਤੇ ਫਿਰ ਉਹ ਜੀਵ ਪ੍ਰਭੂ 'ਚ ਜੁੜ ਕੇ ਟਿਕਿਆ ਰਹਿੰਦਾ ਹੈ। ਇਸ ਤਰ੍ਹਾਂ ਹੇ ਨਾਨਕ, ਮਨ ਅੰਦਰੋਂ ਹੀ, ਮਨ ਜੋ ਹੈ ਉਹ ਅੰਦਰੋਂ ਹੀ ਪ੍ਰਭੂ ਨਾਮ ਵਿੱਚ ਪਤੀਜ ਜਾਂਦਾ ਹੈ। ਫਿਰ ਇਹਦਾ ਨਾ ਕੁਝ ਮਰਦਾ ਅਤੇ ਨਾ ਹੀ ਜੰਮਦਾ। ਇਸ ਪੰਕਤੀ ਦੇ ਰਾਹੀਂ ਗੁਰੂ ਸਾਹਿਬ ਸੰਪੂਰਨ ਤੌਰ 'ਤੇ ਹੀ ਉਹ ਗੱਲ ਸਪਸ਼ਟ ਕਰ ਜਾਂਦੇ ਨੇ ਜੋ ਦਵੈਤ, ਜੋ ਦੋ ਗੱਲਾਂ ਆਪਾਂ ਅਕਸਰ ਕਰਦੇ ਹਾਂ ਕਿ ਇਹ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਨਾ, ਇੱਕ ਤਾਂ ਉਹ ਵੀ ਹੋ ਸਕਦਾ ਹੈ ਜੋ ਮਰਨ ਤੋਂ ਬਾਅਦ ਕਿ ਤੁਸੀਂ ਕਿਸੇ ਹੋਰ ਜੂਨੀ 'ਚ ਪੈਣਾ, ਉਹ ਹੋ ਸਕਦਾ ਹੈ, ਉਹਦੀ ਕੋਈ ਸਪਸ਼ਟਤਾ ਨਹੀਂ ਹੈ। ਅਸੀਂ ਆਪਣੀਆਂ ਅੱਖਾਂ ਦੇ ਨਾਲ ਕਿਸੇ ਮਨੁੱਖ ਨੇ ਉਸ ਚੱਕਰ ਨੂੰ ਵੇਖਿਆ ਨਹੀਂ। ਜੇ ਕਿਸੇ ਨੇ ਵੇਖਿਆ ਵੀ ਹੋਵੇ ਅਤੇ ਜਦੋਂ ਉਹਨੇ ਉਹ ਵੇਖਿਆ ਹੋਏਗਾ, ਉਹ ਇਸ ਅਵਸਥਾ 'ਚ ਨਹੀਂ ਹੋਏਗਾ ਕਿ ਉਹ ਅੱਗੇ ਦੱਸ ਸਕੇ, ਸਬੂਤ ਨਹੀਂ ਹੈ ਉਸ ਗੱਲ ਦਾ। ਪਰ ਦੂਸਰੀ ਜਨਮ ਮਰਨ ਦੀ ਅਵਸਥਾ ਦੀ ਜੋ ਆਪਾਂ ਗੱਲ ਕਰਦੇ ਹਾਂ ਕਿ ਇਹ ਸਾਡੀ ਮਾਨਸਿਕ ਅਵਸਥਾ ਦੀ ਗੱਲ ਹੈ ਕਿ ਸਾਡਾ ਮਨ ਜਦੋਂ ਹਾਂ ਪੱਖੀ ਪੋਜ਼ਿਟਿਵ ਅਵਸਥਾ 'ਚ ਹੈ ਤਾਂ ਸਮਝੋ ਜੰਮਿਆ ਹੋਇਆ ਹੈ, ਜਦੋਂ ਨਾ ਪੱਖੀ ਜਾਂ ਨੈਗੇਟਿਵ ਅਵਸਥਾ 'ਚ ਹੈ ਤਾਂ ਸਮਝੋ ਮਰਿਆ ਹੋਇਆ ਹੈ। ਅਤੇ ਇਸ ਜੰਮਣ ਮਰਨ ਦੇ ਚੱਕਰ ਦੇ ਵਿੱਚ ਅਸੀਂ ਇੱਕ ਦਿਨ ਦੇ ਵਿੱਚ ਕਿੰਨੇ ਵਾਰ ਲੰਘ ਜਾਂਦੇ ਹਾਂ। ਅਤੇ ਇਸ ਆਖਰੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ, ਕਿ ਉਹਦਾ ਮਨ ਅੰਦਰੋਂ ਪ੍ਰਭੂ ਨਾਲ ਪਤੀਜ ਜਾਂਦਾ ਹੈ, ਫਿਰ ਉਹਦਾ ਕੁਝ ਮਰਦਾ ਨਹੀਂ ਅਤੇ ਕੁਝ
ਜੰਮਦਾ ਨਹੀਂ। ਭਾਵ ਕਿ ਇਹ ਜੰਮਣ ਮਰਨ ਦਾ ਜੋ ਚੱਕਰ ਹੈ, ਮਾਨਸਿਕ ਅਵਸਥਾ ਦਾ ਚੱਕਰ ਹੈ, ਸਰੀਰ ਦੇ ਜੂਨਾਂ ਵਿੱਚ ਭਟਕਣ ਦਾ ਚੱਕਰ ਨਹੀਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 513ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਵਿੱਚ ਖੁਸ਼ੀ ਬਾਰੇ, ਆਨੰਦ ਬਾਰੇ, ਉਸ ਆਨੰਦ ਦੇ ਵਿੱਚ ਆਉਣ ਵਾਲੇ ਉਤਾਰ ਚੜ੍ਹਾਅ ਬਾਰੇ ਅਤੇ ਉਸ ਉਤਾਰ ਚੜ੍ਹਾਅ ਤੋਂ ਬਚਣਾ ਕਿਵੇਂ ਹੈ, ਸਥਿਰਤਾ ਕਿਵੇਂ ਹਾਸਲ ਕਰਨੀ ਹੈ, ਜਾਂ ਇਹ ਕਹਿ ਲਈਏ ਕਿ ਕਿਵੇਂ ਹਾਸਲ ਹੁੰਦੀ ਹੈ, ਕਿ ਜਦੋਂ ਪ੍ਰਭੂ ਦੀ ਮਿਹਰ ਸਾਡੇ 'ਤੇ ਹੋਵੇ ਫਿਰ ਅਸੀਂ ਗੁਰੂ ਦੇ ਲੜ ਲੱਗ ਕੇ ਉਸ ਸਥਿਰਤਾ ਨੂੰ ਹਾਸਲ ਕਰਦੇ ਹਾਂ। ਇਹ ਅਸੀਂ ਸਿੱਖਿਆ ਜਨਮ ਮਰਨ ਦੇ ਚੱਕਰ ਦੇ ਬਾਰੇ 'ਚ ਇੱਕ ਵਾਰ ਫਿਰ ਤੋਂ ਅਸੀਂ ਇੱਕ ਸਪਸ਼ਟਤਾ ਹਾਸਲ ਕੀਤੀ। ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਤੁਹਾਡੇ ਮਨ ਦੇ ਉੱਪਰ ਜ਼ਰੂਰ ਅਸਰ ਕਰਨਗੀਆਂ। ਪਰਮਾਤਮਾ ਦੀ ਮਿਹਰ ਤੁਹਾਡੇ 'ਤੇ ਬਣੀ ਰਹੇਗੀ। ਇਸੇ ਅਰਦਾਸ ਬੇਨਤੀ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।